ਬਹੁਤ ਸਵਾਗਤ ਹੈ ਜੀ ਸਾਰਿਆਂ ਦਾ। ਮੈਂ ਹਾਂ ਸੁਰਿੰਦਰ ਡੱਲਾ ਤੇ ਤੁਸੀਂ ਵੇਖ ਰਹੇ ਹੋ ਸਾਡਾ ਬਹੁਤ ਹੀ ਖਾਸ ਪ੍ਰੋਗਰਾਮ ਜਿਹਦੇ ਵਿੱਚ ਜਸਮੀਤ ਭਾਟੀਆ ਜੀ ਸਾਡੇ ਨਾਲ ਮੌਜੂਦ ਨੇ। ਜਸਮੀਤ ਜੀ, ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸੋ ਬਹੁਤ ਇੰਪੋਰਟੈਂਟ ਟੌਪਿਕ ਤੇ ਅੱਜ ਗੱਲ ਕਰਾਂਗੇ। ਇੱਕ ਤਾਂ ਜਸਮੀਤ ਭਾਟੀਆ ਜੀ ਇਸ ਕਨਫਿਊਜ਼ਨ ਨੂੰ ਦੂਰ ਕਰਨਗੇ ਕਿ ਕੀ 15 ਮਈ ਤੱਕ ਫਾਈਲਾਂ ਲੌਂਚ ਕਰਨਾ ਹੀ ਸੋਲਿਊਸ਼ਨ ਹੈ ਜਾਂ 15 ਮਈ ਤੋਂ ਬਾਅਦ ਵੀ ਫਾਈਲਾਂ ਲੌਂਚ ਹੋਣਗੀਆਂ, ਜਿਵੇਂ ਜਸਮੀਤ ਜੀ 31 ਜੁਲਾਈ ਤੱਕ ਫਾਈਲਸ ਲੌਂਚ ਕਰਨਗੇ। ਸੋ ਜਿਹੜਾ 6 ਅਗਸਤ ਤੱਕ ਰਿਜ਼ਲਟ ਆਉਣ ਦਾ ਜਿਹੜਾ ਸਬਜੈਕਟ ਸੀ ਉਹ ਉਹਨਾਂ ਸਟੂਡੈਂਟਸ ਦੇ ਰਿਜ਼ਲਟ 6 ਅਗਸਤ ਤੱਕ ਆ ਸਕਣਗੇ ਜਿਨ੍ਹਾਂ ਦੇ ਬਾਇਓਮੈਟ੍ਰਿਕਸ ਨੇ ਜਿਹੜੇ ਉਹ 31 ਅਪ੍ਰੈਲ ਤੱਕ ਹੋ ਚੁੱਕੇ ਹੋਣਗੇ। ਭਾਵ ਕਿ ਜਿਹੜੇ VFS ਸੈਂਟਰ ਨੇ ਉਹ ਬੰਦ ਹੋਣ ਤੋਂ ਪਹਿਲਾਂ ਜਿਨ੍ਹਾਂ ਦੇ ਬਾਇਓਮੈਟ੍ਰਿਕਸ ਹੋਏ ਉਹਨਾਂ ਦੇ ਹੀ 6 ਅਗਸਤ ਤੱਕ ਜਿਹੜੇ ਨੇ ਉਹ ਰਿਜ਼ਲਟ ਪਹਿਲਾਂ ਆਉਣਗੇ। ਉਂਝ ਜਿਹੜੇ ਲੋਕ 15 ਮਈ ਤੋਂ ਬਾਅਦ ਫਾਈਲਾਂ ਲੌਂਚ ਕਰਨਗੇ ਉਹਨਾਂ ਦੇ ਵੀ ਰਿਜ਼ਲਟ ਛੇਤੀ ਆ ਸਕਦੇ ਨੇ। ਇਹ ਸਵਾਲ ਨੇ ਜਿਨ੍ਹਾਂ ਦੇ ਉੱਤੇ ਕਲੈਰਿਟੀ ਲਵਾਂਗੇ ਜਸਮੀਤ ਭਾਟੀਆ ਜੀ ਤੋਂ, ਔਰ ਇੱਕ ਕਰਕੇ ਮੈਂ ਸਾਰੇ ਸਵਾਲ ਪੁੱਛੂੰਗਾ। ਜਿਨ੍ਹਾਂ ਦੇ ਬਾਇਓਮੈਟ੍ਰਿਕਸ ਕੰਪਲੀਟ ਹੈ ਔਰ ਜਿਹੜੀਆਂ ਫਾਈਲਾਂ ਫੁੱਲ ਹੋ ਚੁੱਕੀਆਂ, ਮਤਲਬ ਕੰਪਲੀਟ ਫਾਈਲ ਸਬਮਿਟਡ ਹੈਗੀਆਂ, ਸੋ ਹਾਈ ਕਮਿਸ਼ਨ ਦਾ ਇਹੀ ਪਰਪਸ ਹੈਗਾ ਕਿ ਉਹਨਾਂ ਉੱਤੇ ਵੀ ਰਿਜ਼ਲਟਸ ਜਲਦ ਤੋਂ ਜਲਦ ਦਿੱਤੇ ਜਾਣਗੇ। ਤਾਂ ਹੀ ਕਰਕੇ ਲੋਕਡਾਊਨ ਤੋਂ ਪਹਿਲਾਂ ਉਹਨਾਂ ਨੇ ਨੀਤੀ ਬਣਾਈ ਸੀ ਕਿ 15 ਮਈ ਤੱਕ ਜਿਹੜੀਆਂ ਫਾਈਲਾਂ ਲੌਂਚ ਹੋ ਜਾਣਗੀਆਂ ਉਹਨਾਂ ਤੇ ਕੀ ਕਹਿੰਦੇ ਆ ਰਿਜ਼ਲਟ 6 ਅਗਸਤ ਤੱਕ ਦਿੱਤੇ ਜਾਣਗੇ। ਪਰ ਮੈਂ ਸਾਰੇ ਸਟੂਡੈਂਟਸ ਨੂੰ ਕਹਿ ਦਾਂ ਕਿ ਰਿਜ਼ਲਟਸ ਇਹ ਜਿਹੜੀ ਪਾਲਿਸੀ ਸੀ ਇਹ ਵਰਕੇਬਲ ਨਹੀਂ ਹੋਏਗੀ ਕਿਉਂਕਿ ਬਾਇਓਮੈਟ੍ਰਿਕਸ ਨਹੀਂ ਹੋ ਪਾ ਰਹੇ। ਸੋ ਜਿਹੜੀ ਇਹ ਨੀਤੀ ਸੀ ਇਹ ਬਾਇਓਮੈਟ੍ਰਿਕਸ ਦੇ ਨਾਲ ਐਸੋਸੀਏਟਡ ਹੈਗੀ ਸੀ, ਪਰ ਜੇ ਬਾਇਓਮੈਟ੍ਰਿਕਸ ਨਹੀਂ ਹੋਣਗੇ ਤਾਂ 6 ਅਗਸਤ ਤੱਕ ਰਿਜ਼ਲਟਸ ਆਉਣੇ ਔਖੇ ਹੈ। ਬਟ ਯੈਸ, ਜਿਹੜੀਆਂ ਫਾਈਲਾਂ ਜਿਨ੍ਹਾਂ ਨੇ 30 ਅਪ੍ਰੈਲ ਤੋਂ ਪਹਿਲਾਂ ਬਾਇਓਮੈਟ੍ਰਿਕਸ ਦੇ ਦਿੱਤੇ ਸੀ ਉਹਨਾਂ ਸਾਰਿਆਂ ਦੇ ਰਿਜ਼ਲਟਸ ਬਹੁਤ ਜਲਦੀ ਆ ਰਹੇ ਆ। ਤੁਸੀਂ ਹੈਰਾਨ ਹੋਵੋਗੇ, ਅਸੀਂ ਇੱਕ ਫਾਈਲ ਲਾਂਚ ਕੀਤੀ ਸੀ 20 ਅਪ੍ਰੈਲ ਨੂੰ, ਉਹਦੇ ਬਾਇਓਮੈਟ੍ਰਿਕਸ ਹੋਈ ਸੀ 27 ਨੂੰ ਔਰ ਉਹਦੀ PPR ਆ ਗਈ ਹੈ। ਸੋ 6 ਦਿਨ ਦੇ ਅੰਦਰ ਉਹਦੀ PPR ਉੱਥੋਂ ਹਾਈ ਕਮਿਸ਼ਨ ਤੋਂ ਆ ਗਈ ਹੈ। ਸੋ ਰਿਜ਼ਲਟਸ ਇੰਨੀ ਤੇਜ਼ੀ ਨਾਲ ਆ ਰਹੇ ਨੇ। ਸੋ ਸਟੂਡੈਂਟਸ, ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਇਹ ਜਿਹੜੀ 15 ਮਈ ਵਾਲੀ ਕਨਫਿਊਜ਼ਨ ਹੈ ਆਪਣੇ ਦਿਮਾਗ 'ਚੋਂ ਅਸੀਂ ਕੱਢ ਦਈਏ ਔਰ 15 ਮਈ ਦੀ ਜਿਹੜੀ ਡੇਟ ਹੈ ਉਹ ਜ਼ਰੂਰ ਲਾਗੂ ਹੈ। ਜਿੰਨੀਆਂ ਫਾਈਲਾਂ ਅਸੀਂ ਲੌਂਚ ਕਰ ਸਕਦੇ ਹਾਂ ਬੇਸ਼ੱਕ ਕਰੋ। ਉਹਨਾਂ ਨੇ ਕਿਹਾ ਕਿ ਇਟ ਇਜ਼ ਐਡਵਾਈਜ਼ੇਬਲ ਟੂ ਲੌਂਚ ਫਾਈਲਸ ਬਿਫੋਰ 15 ਮਈ, ਬਟ ਜੇ ਤੁਸੀਂ ਆਪਣੀ ਫਾਈਲ ਨਹੀਂ ਵੀ ਲੌਂਚ ਕਰ ਰਹੇ ਤਾਂ ਰਿਜ਼ਲਟ ਤਾਂ ਵੀ ਤੁਹਾਨੂੰ ਮਿਲਣਗੇ। ਸੋ ਡੋਂਟ ਵਰੀ ਅਬਾਊਟ ਦੈਟ 15 ਮਈ ਡੇਟ। ਸੋ ਬਹੁਤ ਜ਼ਿਆਦਾ ਸਟੂਡੈਂਟਸ ਦੀ ਇਹਦੀ ਕੁਐਰੀ ਆ ਰਹੀ ਹੈ ਸਾਨੂੰ ਕਿ 15 ਮਈ ਤੱਕ ਲੌਂਚ ਕਰਨੀ ਹੀ ਕਰਨੀ ਹੈ। ਸੋ ਡੋਂਟ ਵਰੀ ਅਬਾਊਟ ਦੈਟ 15 ਮਈ ਡੇਟ ਐਂਡ ਕੀਪ ਔਨ ਡੂਇੰਗ ਯੋਰ ਪ੍ਰੋਸੈਸ। ਜੇ ਤੁਹਾਡਾ GIC ਪੈਂਡਿੰਗ ਹੈ ਜਾਂ ਤੁਹਾਨੂੰ ਕੋਈ ਫੰਡਸ, ਜਿਵੇਂ ਹੁਣ ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਮੈਨੂੰ ਕਾਲ ਆਈ ਕਿ ਸਰ ਸਾਡੇ ਕੁਝ ਫੰਡਸ ਅਰੇਂਜ ਨਹੀਂ ਹੋ ਪਾ ਰਹੇ ਔਰ ਅਸੀਂ ਅਗਲੇ ਹਫਤੇ ਫੀਸ ਦੇਵਾਂਗੇ। ਨੋ ਪ੍ਰੋਬਲਮ। ਸੋ ਕੈਰੀ ਔਨ ਵਿਦ ਯੋਰ ਪ੍ਰੋਸੈਸ। ਇਹ ਨਾ ਹੋਏ ਕਿ ਤੁਸੀਂ ਅਗਲੇ ਹਫਤੇ ਵੀ ਫੀਸ ਨਾ ਜਮ੍ਹਾਂ ਕਰਾਓ। ਸੋ 15 ਨਹੀਂ ਤਾਂ 25 ਨੂੰ ਜਮ੍ਹਾਂ ਕਰਾ ਦਾਂਗੇ, 30 ਨੂੰ ਜਮ੍ਹਾਂ ਕਰਾ ਦਾਂਗੇ, ਜਾਂ ਜੂਨ 'ਚ ਵੀ ਜਿਹੜੀਆਂ ਫਾਈਲਾਂ ਲੌਂਚ ਹੋਣਗੀਆਂ ਜਾਂ ਜੁਲਾਈ 'ਚ ਵੀ ਜਿਹੜੀਆਂ ਲੌਂਚ ਹੋਣਗੀਆਂ ਫॉर ਸਪਟੈਂਬਰ ਇਨਟੇਕ, ਉਹਨਾਂ ਤੇ ਰਿਜ਼ਲਟ ਆਉਣਗੇ। ਬਟ ਇੱਕ ਚੀਜ਼ ਸਾਨੂੰ ਚਾਹੀਦੀ ਹੈ ਕਿ ਬਾਇਓਮੈਟ੍ਰਿਕਸ ਜਦੋਂ ਹੋਣਗੇ ਤਾਂ ਹੀ PPRs ਆ ਸਕਦੀਆਂ ਜਾਂ ਅਪਰੂਵਲਸ ਜਾਂ ਰਿਜ਼ਲਟਸ ਆ ਸਕਦੇ ਨੇ। ਸੋ 15 ਮਈ ਵਾਲੀ ਜਿਹੜੀ ਡੇਟ ਹੈਗੀ ਹੈ ਉਹ ਮੈਨੂੰ ਲੱਗਦਾ ਕਿ ਆਪਣੇ ਦਿਮਾਗ 'ਚੋਂ ਸਾਨੂੰ ਕੱਢ ਦੇਣੀ ਚਾਹੀਦੀ। ਸੋ ਬਹੁਤ ਕਲੈਰਿਟੀ ਹੈ ਜਿਹੜੀ ਜਸਮੀਤ ਭਾਟੀਆ ਜੀ ਨੇ ਦਿੱਤੀ ਕਿ 15 ਮਈ ਤੱਕ ਫਾਈਲ ਲੌਂਚ ਹੋਣ ਤੋਂ ਬਾਅਦ ਜਿਹੜਾ 6 ਅਗਸਤ ਤੱਕ ਰਿਜ਼ਲਟ ਆਉਣਾ ਸੀ ਉਹ 6 ਅਗਸਤ ਤੱਕ ਉਹਨਾਂ ਦਾ ਹੀ ਪੋਸੀਬਲ ਹੋਏਗਾ ਜਿਨ੍ਹਾਂ ਦੇ ਬਾਇਓਮੈਟ੍ਰਿਕਸ ਹੋ ਚੁੱਕੇ ਹੋਣਗੇ। ਸੋ ਮੈਨੂੰ ਲੱਗਦਾ ਬੜੀ ਚੰਗੀ ਤਰ੍ਹਾਂ ਜਸਮੀਤ ਜੀ ਨੇ ਸਟੂਡੈਂਟ ਨੂੰ ਸਮਝਾਤਾ। ਜਸਮੀਤ ਜੀ, ਪਰ ਇੱਕ ਗੱਲ ਦੇਖਣ ਵਾਲੀ ਹੈ, ਹੁਣ 6 ਦਿਨਾਂ ਦੇ ਵਿੱਚ PPR ਆਈ, ਰਿਜ਼ਲਟ ਬੜੀ ਤੇਜ਼ੀ ਨਾਲ ਆ ਰਹੇ ਨੇ, ਆਏ ਦਿਨ ਤੁਹਾਡੇ PPR ਆ ਰਹੇ ਨੇ। ਅਗਰ ਸਟੂਡੈਂਟ 15 ਮਈ ਤੋਂ ਬਾਅਦ ਵੀ ਫਾਈਲ ਲੌਂਚ ਕਰਦੇ ਨੇ, ਮੈਨੂੰ ਇਹ ਲੱਗਦਾ ਕਿ ਇਸ ਵਾਰ ਬੈਕਲੌਗ ਨਹੀਂ ਬਣਨਾ ਕੈਨੇਡਾ ਕੋ, ਔਰ ਜਦੋਂ ਬੈਕਲੌਗ ਨਹੀਂ ਬਣੇਗਾ ਤਾਂ ਮੈਨੂੰ ਲੱਗਦਾ ਰਿਜ਼ਲਟ ਉਹ ਵੀ ਤੇਜ਼ੀ ਨਾਲ ਆਉਣਗੇ। ਸੋ ਅੱਜ ਦੀ ਡੇਟ 'ਚ ਜੋ ਪੈਂਡੈਂਸੀ ਹੈਗੀ ਹੈ ਮੈਨੂੰ ਲੱਗਦਾ 5 ਤੋਂ 10% ਫਾਈਲਸ ਦੀ ਹੈਗੀ ਹੈ ਜਿਹੜੀਆਂ 2020 ਦੀਆਂ ਪੈਂਡਿੰਗ ਚੱਲ ਰਹੀਆਂ। ਉਹਨਾਂ ਪਿੱਛੇ ਕੁਛ ਨਾ ਕੁਛ ਕਾਰਨ ਹੋ ਸਕਦੇ ਆ। ਤੁਹਾਡੀ ਕੋਈ ਫੈਮਿਲੀ ਦਾ ਕੋਈ ਰਿਫਿਊਜੀ ਕੇਸ ਤੁਹਾਡੇ ਨੀਅਰ ਔਰ ਡੀਅਰ ਵਨਸ ਦਾ ਉੱਥੇ ਲੱਗਾ ਹੋਏ, ਉਹਦੇ ਨਾਲ ਤੁਹਾਡਾ ਰਿਲੇਸ਼ਨ ਕੋਈ ਮੈਚ ਹੋ ਗਿਆ ਹੋਵੇ ਤਾਂ ਕਰਕੇ ਤੁਹਾਡੀ ਫਾਈਲ 'ਤੇ ਰਿਜ਼ਲਟ ਨਹੀਂ ਆ ਰਿਹਾ। ਤੁਹਾਡੀ ਫਾਈਲ 'ਚ ਕੋਈ ਐਡਮਿਸਿਬਿਲਿਟੀ ਦੀ ਰਿਕੁਆਇਰਮੈਂਟ ਮਿਸਿੰਗ ਹੋਵੇ ਤਾਂ ਕਰਕੇ ਤੁਹਾਡਾ ਰਿਜ਼ਲਟ ਨਹੀਂ ਆ ਰਿਹਾ, ਜਾਂ ਫਿਰ ਕਿਊਬੈਕ ਵਾਲੀਆਂ ਫਾਈਲਾਂ ਜਿਨ੍ਹਾਂ 'ਤੇ ਕੀ ਕਹਿੰਦੇ ਰਿਜ਼ਲਟਸ ਪੈਂਡਿੰਗ ਚੱਲ ਰਹੇ ਨੇ। ਸੋ ਕੁਛ ਨਾ ਕੁਛ ਬਹੁਤ ਵੱਡਾ ਕਾਰਨ ਹੋ ਸਕਦਾ ਜਿਹਦੇ ਕਰਕੇ ਤੁਹਾਡੀ ਫਾਈਲ 'ਤੇ ਰਿਜ਼ਲਟ ਨਹੀਂ ਆ ਰਿਹਾ। ਬਟ ਤੁਸੀਂ ਕਹਿ ਲਓ ਕਿ ਸਿਰਫ 5 ਤੋਂ 10% ਹੀ ਇੱਦਾਂ ਦੀਆਂ ਫਾਈਲਾਂ ਬਚੀਆਂ ਜਿਹੜੀਆਂ ਕਿ ਲਾਸਟ ਈਅਰ ਦੀਆਂ ਹੈਗੀਆਂ। ਸੋ ਮੇਰੇ ਕੋਲ ਵੀ ਇਦਾਂ ਦੀਆਂ 22 ਫਾਈਲਾਂ ਹੈਗੀਆਂ ਜਿਹੜੀਆਂ 2020 ਦੀਆਂ ਅਪਾਰਟ ਫਰਮ ਕਿਊਬੈਕ ਜਿਨ੍ਹਾਂ ਤੇ ਰਿਜ਼ਲਟ ਨਹੀਂ ਆ ਰਿਹਾ, ਔਰ ਕਿਊਬੈਕ ਵਾਲੀਆਂ ਸਾਡੇ ਕੋਲ 47 ਹੈ ਐਗਜ਼ੈਕਟ, ਕਿਉਂਕਿ ਮੈਂ ਪੂਰੀ ਡਿਟੇਲਡ 'ਚ ਕੀ ਕਹਿੰਦੇ ਆ ਉਹਦਾ ਕੀ ਕਹਿੰਦੇ ਆ ਪੂਰੀ ਡਿਟੇਲ 'ਚ ਸਾਰੀ ਐਕਸਲ ਸ਼ੀਟਸ ਬਣਵਾਈਆਂ
ਔਰ ਸਟੂਡੈਂਟਸ ਨੂੰ ਕਾਲ ਕੀਤੀ ਕਿ ਜਿਹੜੇ ਕਿਊਬੈਕ ਤੋਂ ਮੂਵ ਹੋਣਾ ਚਾਹੁੰਦੇ ਆ, ਬਟ ਹੈਰਾਨੀ ਦੀ ਗੱਲ ਹੈ ਕਿ ਬਹੁਤ ਘੱਟ ਬੱਚੇ ਕਿਊਬੈਕ ਤੋਂ ਮੂਵ ਹੋਣਾ ਚਾਹੁੰਦੇ ਆ। ਸੋ ਦੇਖੋ ਕਿਊਬੈਕ ਵਾਲੇ ਸਟੂਡੈਂਟ ਸੋਲਿਊਸ਼ਨ ਜ਼ਰੂਰ ਚਾਹੁੰਦੇ ਆ, ਬਟ ਜਦੋਂ ਉਹਨਾਂ ਨਾਲ ਅਸੀਂ ਗੱਲ ਕੀਤੀ ਜਾਵੇ ਕਿ ਤੁਸੀਂ ਆਪਣੀ ਫਾਈਲ ਮੂਵ ਕਰਨਾ ਚਾਹੁੰਦੇ ਹੋ ਜਾਂ DLI ਚੇਂਜ ਕਰਨਾ ਚਾਹੁੰਦੇ ਹੋ, ਸੋ ਦੇਰ ਆਰ ਵੈਰੀ ਲੈਸ ਸਟੂਡੈਂਟਸ ਹੂ ਵਾਂਟ ਟੂ ਮੂਵ। ਹਾਂ ਮੈਂ ਸਮਝਦਾ ਕਿਉਂਕਿ ਉਹਦੇ ਪਿੱਛੇ ਪੈਸੇ ਦਾ ਹਰਜਾਨਾ ਹੈ, ਪਰ ਮੈਨੂੰ ਲੱਗਦਾ ਕਿ ਜਿਵੇਂ ਸਵਾ ਸਾਲ ਲੰਘ ਚੁੱਕੇ ਆ ਆਲਰੇਡੀ, ਰਿਜ਼ਲਟਸ ਆਰ ਪੈਂਡਿੰਗ, ਔਰ ਜੇ ਕਿਤੇ ਹੋਰ ਜ਼ਿਆਦਾ ਸਮਾਂ ਲੰਘ ਜਾਏਗਾ ਸੋ ਕਿੱਦਾਂ ਅਸੀਂ ਉਹ ਪੈਸੇ ਦਾ ਜਾਂ ਜਿਹੜਾ ਟਾਈਮ ਦਾ ਲਾਸ ਹੋਏਗਾ ਆਪਾਂ ਨੂੰ ਉਹਨੂੰ ਭਰ ਪਾਵਾਂਗੇ। ਬਿਲਕੁਲ ਠੀਕ ਹੈ। ਸੋ ਇਹ ਵੀ ਸਥਿਤੀਆਂ ਬਹੁਤ ਜ਼ਰੂਰੀ ਨੇ। ਕਿਊਬਿਕ ਵਾਲੇ ਸਟੂਡੈਂਟਸ ਨੂੰ ਬਹੁਤ ਸੋਚ ਸਮਝ ਕੇ ਤਾਂ ਫੈਸਲਾ ਲੈਣਾ ਹੀ ਪੈਣਾ ਹੈ। ਕਿਊਬਿਕ ਵਾਲੇ ਜਿਹੜੇ ਕਾਲਜਸ ਨੇ, ਮੈਨੂੰ ਲੱਗਦਾ ਉਹਨਾਂ ਵੱਲੋਂ ਵੀ ਕਈ ਤਰ੍ਹਾਂ ਦੀਆਂ ਈਮੇਲਸ ਕੀਤੀਆਂ ਨੇ, ਜਿਸ ਤੋਂ ਬਾਅਦ ਕਿਊਬਿਕ ਦਾ ਸਟੂਡੈਂਟ ਕਾਫੀ ਜ਼ਿਆਦਾ ਕਨਫਿਊਜ਼ ਹੈ ਮੈਨੂੰ ਲੱਗਦਾ ਜਸਮੀਤ ਜੀ। ਪਰ ਜੇ ਆਪਾਂ ਮੋਟੀ ਸਲਾਹ ਦੇਣੀ ਹੋਵੇ ਜਿਹੜੇ ਸਟੂਡੈਂਟ ਵਿਡਰਾਅ ਕਰਨਾ ਹੀ ਚਾਹੁੰਦੇ ਨੇ, ਤੇ ਕੀ ਹਜੇ ਵੀ ਟਾਈਮ ਹੈ ਕਿ ਉਹ ਦੂਸਰੀ ਥਾਂ ਤੇ ਅਪਲਾਈ ਕਰ ਦੇਣ? ਬਿਲਕੁਲ, ਹਲੇ ਸਪਟੈਂਬਰ ਇਨਟੇਕ ਓਪਨ ਹੈ, ਔਰ ਮੈਂ ਸਾਰੇ ਸਟੂਡੈਂਟਸ ਨੂੰ ਇੱਕ ਗੱਲ ਕਲੀਅਰ ਕਰਦਾ, 15 ਮਈ ਵਾਲੀ ਡੇਟ ਇੱਕ ਤਾਂ ਆਪਣੇ ਦਿਮਾਗ ਚੋਂ ਕੱਢ ਦਿਓ। ਮੈਂ 31 ਜੁਲਾਈ ਤੱਕ ਸਪਟੈਂਬਰ ਇਨਟੇਕ ਦੀਆਂ ਫਾਈਲਾਂ ਲੌਂਚ ਕਰਾਂਗੇ। ਸੋ 31 ਜੁਲਾਈ ਤੱਕ ਅਸੀਂ ਸਪਟੈਂਬਰ ਇਨਟੇਕ ਦੀਆਂ ਫਾਈਲਾਂ ਲੌਂਚ ਕਰਾਂਗੇ, ਜਿਹੜਾ ਕਿ ਪਹਿਲਾਂ ਹੁੰਦਾ ਸੀ ਇਟ ਵਾਜ਼ ਐਡਵਾਈਜ਼ਡ ਕਿ ਤੁਸੀਂ 15 ਮਈ ਤੱਕ ਆਪਣੀਆਂ ਫਾਈਲਾਂ ਲੌਂਚ ਕਰੋ, ਵਿਚ ਇਜ਼ ਇੰਪੋਸੀਬਲ। ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕੁਝ ਕਾਲਜ ਤਾਂ ਜਦ ਤੱਕ ਮਈ ਇਨਟੇਕ ਕਲੋਜ਼ ਨਹੀਂ ਹੋ ਜਾਂਦਾ ਤਾਂ ਸਪਟੈਂਬਰ ਦੀਆਂ ਆਫਰਸ ਹੀ ਨਹੀਂ ਦਿੰਦੇ। ਸੋ ਮਈ ਇਨਟੇਕ ਕਲੋਜ਼ ਹੁੰਦਾ ਕਿਤੇ ਜਾ ਕੇ 15 ਔਰ 20 ਮਈ ਨੂੰ। ਸੋ ਸਪਟੈਂਬਰ ਦੀਆਂ ਕੁਝ ਕਾਲਜ ਤਾਂ ਆਫਰਸ ਹੀ ਨਹੀਂ ਇਸ਼ੂ ਕਰਦੇ ਜਦ ਤੱਕ ਇਹ ਸਾਰਾ ਕੁਝ ਨਹੀਂ ਕਲੋਜ਼ ਹੋ ਜਾਂਦਾ। ਸੋ 15 ਮਈ ਵਾਲੀ ਸਟੂਡੈਂਟਸ ਨੂੰ ਮੈਂ ਕਹਾਂਗਾ ਕਿ ਡੇਟ ਆਪਣੇ ਦਿਮਾਗ ਚੋਂ ਕੱਢ ਦਿਓ। ਕਿਤੇ ਨਾ ਕਿਤੇ ਹਾਈ ਕਮਿਸ਼ਨ ਨੂੰ ਇਹ ਡਿਸੀਜਨ ਲੈਂਦਿਆਂ ਹੋਇਆਂ ਬਹੁਤ ਵੱਡੀਆਂ ਕਨਫਿਊਜ਼ਨ ਸੀ ਔਰ ਜਲਦਬਾਜ਼ੀ 'ਚ ਡਿਸੀਜਨ ਲਿੱਤਾ ਗਿਆ, ਔਰ ਬਾਇਓਮੈਟ੍ਰਿਕਸ ਬੰਦ ਹੋਣ ਦੀ ਸਥਿਤੀ ਕਰਕੇ 6 ਅਗਸਤ ਤੱਕ ਜਿਹੜੇ ਸਟੂਡੈਂਟਸ ਹੁਣ ਫਾਈਲਾਂ ਲੌਂਚ ਕਰਨਗੇ ਉਹਨਾਂ ਦੇ ਰਿਜ਼ਲਟ ਬੇਸ਼ੱਕ ਮਿਲਣਗੇ। ਜੇ ਬਾਇਓਮੈਟ੍ਰਿਕਸ ਖੁੱਲ ਗਏ, ਸ਼ਾਇਦ 1 ਜੂਨ ਤੋਂ ਖੁੱਲ ਗਏ, 1 ਜੁਲਾਈ ਤੋਂ ਖੁੱਲ ਗਏ, ਤਾਂ ਵੀ ਤੁਹਾਨੂੰ ਰਿਜ਼ਲਟ ਮਿਲਣਗੇ 6 ਅਗਸਤ ਤੱਕ। ਬਟ ਜੇ ਅਸੀਂ ਕਹੀਏ ਕਿ ਅਸੀਂ 15 ਮਈ ਵਾਲੀ ਡੇਟ ਨਾਲ ਬਿਲਕੁਲ ਅਟੈਚ ਹੋ ਜਾਈਏ ਔਰ ਆਪਾਂ ਕੋਸ਼ਿਸ਼ ਕਰੀਏ ਕਿ 15 ਮਈ ਤੱਕ ਅਸੀਂ ਫਾਈਲ ਲੌਂਚ ਕਰ ਦਈਏ, ਤੇ ਦੈਟ ਇਜ਼ ਇੰਪੋਸੀਬਲ, ਕਿਉਂਕਿ ਅੱਜ ਦੀ ਡੇਟ 'ਚ ਵੀ ਸਾਨੂੰ ਸਟੂਡੈਂਟਸ ਜਿਹੜੀਆਂ ਨਵੀਆਂ ਫਾਈਲਾਂ ਲਾ ਰਹੇ ਆ ਉਹ ਸਪਟੈਂਬਰ ਇਨਟੇਕ 'ਚ ਜਾਣਗੇ। ਐਂਡ ਆਈ ਐਮ ਅਸ਼ੋਰਿੰਗ ਯੂ ਕਿ 31 ਜੁਲਾਈ ਤੱਕ ਲੈਂਡਮਾਰਕ ਇਮੀਗ੍ਰੇਸ਼ਨ ਸਪਟੈਂਬਰ ਇਨਟੇਕ ਦੀਆਂ ਫਾਈਲਾਂ ਲੌਂਚ ਕਰੇਗਾ। ਇਹਦਾ ਮਤਲਬ ਇਹ ਹੋ ਗਿਆ ਕਿ ਅਗਰ 15 ਮਈ ਤੋਂ ਬਾਅਦ ਵੀ 31 ਜੁਲਾਈ ਤੱਕ ਵੀ ਫਾਈਲ ਲੱਗਦੀ ਹੈ, ਉਹਦਾ ਵੀ ਰਿਜ਼ਲਟ ਤੇਜ਼ੀ ਨਾਲ ਹੀ ਆਉਣ ਦੀ ਸੰਭਾਵਨਾ, ਕਿਉਂਕਿ ਬਹੁਤਾ ਜ਼ਿਆਦਾ ਬੈਕਲੌਗ ਕੈਨੇਡਾ ਕੋਲ ਨਹੀਂ ਹੋਣਾ। ਸੀ ਅੱਜ ਦੀ ਡੇਟ 'ਚ ਬੈਕਲੌਗ ਨਹੀਂ ਹੈਗਾ, ਔਰ ਜਿਹੜਾ ਇਹ ਲੋਕਡਾਊਨ ਹੋਇਆ ਇਹਦੇ ਵਿੱਚ ਜਿੰਨੀਆਂ ਫਾਈਲਾਂ ਲੱਗੀਆਂ ਹੋਈਆਂ ਇਹ ਸਾਰੇ ਦੇ ਰਿਜ਼ਲਟ ਆ ਜਾਣੇ ਆ, ਕਿਉਂਕਿ ਜਿਹੜੀਆਂ ਨਵੀਆਂ ਫਾਈਲਾਂ ਲੱਗ ਰਹੀਆਂ ਉਹਨਾਂ ਦੇ ਰਿਜ਼ਲਟ ਤੇ ਕੰਮ ਨਹੀਂ ਹੋ ਪਾਣਾ, ਬਾਇਓਮੈਟ੍ਰਿਕਸ ਨਹੀਂ ਹੈਗੇ ਔਰ ਪੈਂਡਿੰਗ ਫਾਈਲਸ ਤੇ ਰਿਜ਼ਲਟਸ ਆਉਣਗੇ। ਸੋ ਸਟੂਡੈਂਟਸ, ਮੈਨੂੰ ਲੱਗਦਾ ਕਿ ਤੁਸੀਂ ਜਿਹੜਾ ਆਪਣਾ ਪ੍ਰੋਸੈਸ ਜੇ ਅੱਜ ਨਵੀਂ ਆਫਰ ਲੈਟਰ ਅਪਲਾਈ ਕਰਨਾ ਚਾਹੁੰਦੇ ਹੋ, ਰੀਫਾਈਲਿੰਗ ਕਰਾਉਣਾ ਚਾਹੁੰਦੇ ਹੋ, ਜਾਂ ਫਿਰ ਹੱਲੇ ਵੀ ਡਿਸਾਈਡ ਕਰ ਰਹੇ ਹੋ ਆਈਲੈਟਸ ਟ੍ਰੇਨਿੰਗ ਕਰਨਾ ਚਾਹੁੰਦੇ ਹੋ, ਆਪਣੇ ਕੰਮ 'ਚ ਰੁਕਾਵਟ ਨਾ ਲਾਓ, ਆਪਣਾ ਪ੍ਰੋਸੈਸ ਚੱਲਦਾ ਰਹਿਣ ਦਿਓ। ਲਾਸਟ ਈਅਰ 45 ਡੇਜ਼ ਦਾ ਕੰਪਲੀਟ ਲਾਕਡਾਊਨ ਲੱਗਾ ਸੀ, ਉਹਦੇ ਬਾਵਜੂਦ ਵੀ ਬੱਚਿਆਂ ਨੇ ਅਪਲਾਈ ਕੀਤਾ, ਉਹਦੇ ਬਾਵਜੂਦ ਵੀ ਬੱਚਿਆਂ ਦੇ ਰਿਜ਼ਲਟਸ ਆਏ। ਸੋ ਡਿਲੇ ਵਿਲ ਬੀ ਆਲਵੇਜ਼ ਦੇਅਰ, ਕਿਉਂਕਿ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਲੈ ਕੇ ਚੱਲੀਏ ਤਾਂ ਡਿਲੇ ਵਿਲ ਬੀ ਆਲਵੇਜ਼ ਦੇਅਰ, ਬਿਕਾਜ਼ ਜਿਹੜੀ ਇਹ ਪ੍ਰੋਬਲਮ ਹੈ ਇਹ ਪੂਰੀ ਦੁਨੀਆ 'ਚ ਹਿੱਟ ਕੀਤੀ ਹੈ, ਨਾ ਕਿ ਇੰਡੀਆ 'ਚ, ਔਰ ਸਾਨੂੰ ਇਹ ਚੀਜ਼ ਤੋਂ ਗੁਜ਼ਰਨਾ ਹੀ ਪੈਣਾ, ਔਰ ਗੁਜ਼ਰ ਤਾਂ ਸਕਦੇ ਹਾਂ ਜੇ ਅਸੀਂ ਪੋਜ਼ਿਟਿਵ ਰਵਾਂਗੇ। ਬਿਲਕੁਲ। ਸੋ ਬਹੁਤ ਸੋਚ ਸਮਝ ਕੇ ਤੁਸੀਂ ਡਿਸੀਜਨ ਕਰਨੇ ਨੇ, ਔਰ ਜਸਮੀਤ ਭਾਟੀਆ ਜੀ ਦੀ ਗੱਲ ਨੂੰ ਫੋਲੋ ਕਰੋਗੇ ਕਲੈਰਿਟੀ ਨਾਲ, ਤੇ ਤੁਹਾਨੂੰ ਕਾਫੀ ਜ਼ਿਆਦਾ ਆਸਾਨੀ ਹੋਏਗੀ। ਬਹੁਤ ਬਹੁਤ ਧੰਨਵਾਦ ਜਸਮੀਤ ਜੀ, ਬਹੁਤ ਇੰਪੋਰਟੈਂਟ ਇਨਫੋਰਮੇਸ਼ਨ ਤੁਸੀਂ ਸਟੂਡੈਂਟਸ ਨਾਲ ਸ਼ੇਅਰ ਕੀਤੀ, ਬਹੁਤ ਧੰਨਵਾਦ।